ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਹਰਵਿੰਦਰ ਸਿੰਘ ਜੀ ਸਾਡੇ ਨਾਲ ਜੁੜ ਚੁੱਕੇ ਨੇ, ਜਿਹੜੇ ਕੱਲ ਤੋਂ ਹੀ ਲਗਾਤਾਰ ਲਖਨਪੁਰ ਬਾਰਡਰ ਤੋਂ ਸਵੇਰ ਤੋਂ ਔਰ ਜਿਹੜਾ ਕੱਲ ਸਵੇਰ ਤੋਂ ਲੈ ਕੇ ਅੱਜ ਸਵੇਰ ਤੱਕ ਦਾ ਪੂਰਾ ਜਿਹੜਾ ਅਪਡੇਟ ਹੈ ਸਰਦਾਰ ਹਰਵਿੰਦਰ ਸਿੰਘ ਜੀ ਉਹਨਾਂ ਦੇ ਵੱਲੋਂ ਰਿਹਾ ਇਕਬਾਣੀ ਚੈਨਲ ਦੇ ਉੱਤੇ, ਔਰ ਸਮੇਂ-ਸਮੇਂ ਦੀ ਅਪਡੇਟ ਔਰ ਹਰ ਇੱਕ ਦੀ ਨਿਗਾਹ ਇਕਬਾਣੀ ਚੈਨਲ ਦੇ ਰਾਹੀਂ ਹਰਵਿੰਦਰ ਸਿੰਘ ਦੇ ਵੱਲੋਂ ਦਿੱਤੇ ਜਾ ਰਹੇ ਅਪਡੇਟ ਦੇ ਉੱਤੇ ਹੈ। ਔਰ ਇਸ ਸਮੇਂ ਹਰਵਿੰਦਰ ਸਿੰਘ ਜੀ ਹੋਣਾ ਦੇ ਕੋਲੇ ਜਾਣਕਾਰੀ ਹੈ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਣਾ ਦੇ ਇੱਧਰ ਬਾਰਡਰ ਪਾਰ ਕਰਨ ਦੇ ਸੰਬੰਧ ਦੇ ਵਿੱਚ ਹੋਰ ਕੀ ਕੁਝ ਜਾਣਕਾਰੀ ਆ ਰਹੀ ਹੈ, ਕੀ ਕੁਝ ਨਵਾਂ ਜਿਹੜਾ ਅਪਡੇਟ ਹੈ ਉੱਥੋਂ ਸਾਰੀ ਜਾਣਕਾਰੀ ਵੀਰ ਹਰਵਿੰਦਰ ਸਿੰਘ ਹੋਣਾ ਕੋਲੋਂ ਲੈਣੇ ਆ। ਜੀ ਵੀਰ ਜੀ, ਤੁਹਾਡੇ ਤਾਈਂ ਤਾਂ ਪਲ ਪਲ ਦੀ ਖਬਰ ਪਹੁੰਚ ਰਹੀ ਹੈ ਔਰ ਤੁਸੀਂ ਅੱਜ ਸਵੇਰੇ ਵੀ ਗਰਾਊਂਡ ਤੇ ਹੀ ਸੋ ਔਰ ਕੁਝ ਹੀ ਸਮਾਂ ਹੋਇਆ ਤੁਹਾਨੂੰ ਜਿਹੜਾ ਲਖਨਪੁਰ ਬਾਰਡਰ ਤੋਂ ਜਿਹੜਾ ਵਾਪਸ ਆਇਆ ਔਰ ਹਰ ਇੱਕ ਦੀ ਨਿਗਾਹ ਤੁਹਾਡੇ ਅਪਡੇਟ ਦੇ ਉੱਤੇ ਹੈਗੀ ਆ। ਔਰ ਕੀ ਕੁਝ ਜਿਹੜੀ ਨਵੀਂ ਜਾਣਕਾਰੀ ਆ ਉੱਥੋਂ ਜਿੱਥੇ ਐਮਪੀ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਣੀ ਬੈਠੇ ਹੋਏ ਨੇ ਲਖਨਪੁਰ ਬਾਰਡਰ ਦੇ ਆਰ ਜਿਹੜਾ ਪੰਜਾਬ ਵਾਲੇ ਪਾਸੇ ਨੂੰ, ਤੇ ਕੀ ਜਾਣਕਾਰੀ ਉੱਥੋਂ ਨਿਕਲ ਕੇ ਆ ਰਹੀ ਹੈ। ਸਭ ਤੋਂ ਪਹਿਲਾਂ ਇਕਬਾਣੀ ਚੈਨਲ ਨਾਲ ਜੁੜੇ ਹੋਏ ਸਾਰੇ ਪਰਿਵਾਰ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਦਾਂ ਕਿ ਆਪਾਂ ਸਵੇਰੇ ਤੋਂ ਹੀ ਦੇਖ ਰਹੇ ਹਾਂ ਕਿ ਮੈਸੇजेस ਹੋਣ ਜਾਂ ਕਾਲ ਦੇ ਥਰੂ ਸਵੇਰੇ ਤੋਂ ਹੀ ਸਾਰੇ ਦੀ ਨਜ਼ਰ ਜਿਹੜੀ ਇਕਬਾਣੀ ਚੈਨਲ ਦੇ ਉੱਤੇ ਸੀ ਕਿ ਕੀ ਅਪਡੇਟ ਜਿਹੜਾ ਕਿ ਉੱਥੋਂ ਆਏਗਾ ਸਾਨੂੰ। ਤਾਂ ਸਵੇਰ ਦਾ ਅਪਡੇਟ ਸੀ ਕਿ ਜਿੱਦਾਂ ਕਿ ਤੁਸੀਂ ਜਾਣਦੇ ਹੋ ਕੱਲ ਰਾਤ ਤੋਂ ਹੀ ਸਰਦਾਰ ਸਿਮਰਨਜੀਤ ਸਿੰਘ ਮਾਨ ਜਿਹੜੇ ਹਨ ਉੱਥੇ ਗੱਦੇ ਵਿਛਾ ਕੇ ਤੇ ਉਹਨਾਂ ਦੇ ਨਾਲ 40-50 ਬੰਦੇ ਸਨ ਉੱਥੇ ਬੈਠੇ ਹੋਏ ਸੀ, ਉਡੀਕ ਕਰ ਰਹੇ ਸੀ ਕਿ ਕਦੋਂ ਸਵੇਰ ਹੋਏ ਤੇ ਜਿਹੜਾ ਉਹਨਾਂ ਨੇ ਕਿਹਾ ਸੀ ਕਿ ਇੱਕ ਲੀਗਲ ਟੀਮ ਦੇ ਤੌਰ ਤੇ ਆਪਾਂ ਸੈਸ਼ਨ ਕੋਰਟ ਦੇ ਵਿੱਚ ਜਾਂ ਡਿਸਟ੍ਰਿਕਟ ਕੋਰਟ ਦੇ ਵਿੱਚ ਜਾ ਕੇ ਆਪਾਂ ਇਹਨੂੰ ਚੈਲੰਜ ਕਰਾਂਗੇ ਨੋਟਿਸ ਨੂੰ ਕਿ ਵਿਦਆਊਟ ਐਨੀ ਟਾਈਮ ਪੀਰੀਅਡ ਕਿੱਦਾਂ ਐਡਮਿਨਿਸਟ੍ਰੇਸ਼ਨ ਦੇ ਵੱਲੋਂ 144 ਇੰਪੋਜ਼ ਕਰ ਦਿੱਤੀ ਜਾਂਦੀ ਹੈ, ਜਿਹੜੀ ਕਿ ਇੱਕ ਕਨਸਟੀਟਿਊਸ਼ਨ ਦੇ ਦਾਇਰੇ ਦੇ ਵਿੱਚ ਹੀ ਨਹੀਂ ਆਉਂਦੀ ਅਗਰ ਸ਼ਾਂਤੀ ਦੀ ਗੱਲ ਕੀਤੀ ਜਾਂਦੀ ਹੈ। ਅਗਰ ਮੈਂ ਗੱਲ ਕਰਾਂ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਦੀ, ਹੁਣ ਇਸ ਵਕਤ ਦਾ ਲਾਈਵ ਅਪਡੇਟ ਇਹ ਹੈ ਕਿ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਕਠੂਆ ਦੀ ਜਿਹੜੀ ਟੀਮ ਹੈ ਉਹ ਪੁਰਜੋਰ ਤਰੀਕੇ ਨਾਲ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਹੋਰਾਂ ਨਾਲ ਮੋਢਾ ਲਗਾ ਕੇ ਚੱਲ ਰਹੀ ਹੈ ਤੇ ਉਹਨਾਂ ਦੀ ਤਰਫ ਤੋਂ 3 ਲੀਗਲ ਵਕੀਲ ਜਿਹੜੇ ਹੈਗੇ ਨੇ ਜਿਨ੍ਹਾਂ ਦੀ ਅਗਵਾਈ ਕਰ ਰਹੇ ਹਨ ਐਡਵੋਕੇਟ ਤਰਨ ਗੁਪਤਾ, ਜਿਹੜੇ ਕਿ ਸੈਸ਼ਨ ਕੋਰਟ ਦੇ ਵਿੱਚ ਆਪਣਾ ਉਹਨਾਂ ਨੇ ਫਾਈਲ ਕਰ ਦਿੱਤੀ ਹੈਗੀ ਹੈ ਨੋਟਿਸ ਕੇ ਉਸ ਨੋਟਿਸ ਨੂੰ ਚੈਲੰਜ ਕਰ ਦਿੱਤਾ ਹੈਗਾ ਤੇ ਉਹਨਾਂ ਨੇ ਸਾਰਾ ਦਾਇਰਾ ਆ ਕੇ ਸਰਦਾਰ ਸਿਮਰਨਜੀਤ ਸਿੰਘ ਜਿਹੜਾ ਨੋਟਿਸ ਕਠੂਆ ਪ੍ਰਸ਼ਾਸਨ ਦੇ ਵੱਲੋਂ ਕਠੂਆ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਜਿਹੜਾ ਜਾਰੀ ਕੀਤਾ ਗਿਆ ਸੀ ਕਿ ਤੁਹਾਨੂੰ ਇਸ ਪਰ ਨਹੀਂ ਆਉਣ ਦਿੱਤਾ ਜਾਵੇਗਾ, ਉਸ ਨੋਟਿਸ ਨੂੰ ਚੈਲੰਜ ਕੀਤਾ ਗਿਆ। ਜੀ ਉਸ ਨੋਟਿਸ ਨੂੰ ਚੈਲੰਜ ਕੀਤਾ ਗਿਆ ਹੈਗਾ ਔਰ ਇਹ 3 ਜਿਹੜੇ ਲਾਇਰਸ ਹਨ ਸੈਸ਼ਨ ਕੋਰਟ ਦੇ ਉਹ ਸਪੈਸ਼ਲ ਤੌਰ ਤੇ ਬਾਰਡਰ ਤੇ ਕੋਰੀਡੋਰ ਤੇ ਪੁੱਜੇ ਸੀ ਔਰ ਸਾਈਨ ਵਗੈਰਾ ਜਿਹੜੇ ਵੀ ਡਾਕੂਮੈਂਟੇਸ਼ਨ ਹੁੰਦੀ ਆ ਆਪ ਜੀ ਜਾਣਦੇ ਹੋ ਉਹ ਕੰਪਲੀਟ ਕਰਨ ਤੋਂ ਬਾਅਦ ਉਹਨਾਂ ਨੇ ਰਵਾਨਗੀ ਪਾਈ ਹੈ ਸੈਸ਼ਨ ਕੋਰਟ ਦੇ ਵਿੱਚ। ਹੁਣ ਥੋੜੀ ਦੇਰ ਦੇ ਵਿੱਚ ਹੀ ਅਪਡੇਟ ਆ ਜਾਏਗਾ ਕਿ ਉਹ ਜਿਹੜਾ ਫਾਈਲ ਕੀਤਾ ਹੈ ਉਹਨਾਂ ਨੇ ਲਾਇਰਸ ਨੇ ਸੈਸ਼ਨ ਕੋਰਟ ਦੇ ਵਿੱਚ ਉਸਦੀ ਕੀ ਕੁਝ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਔਰ ਕੀ ਉਹਦਾ ਅਪਡੇਸ਼ਨ ਹੈ ਉਹ ਥੋੜੀ ਦੇਰ ਤੱਕ ਸਾਨੂੰ ਪਤਾ ਚੱਲ ਜਾਏਗਾ। ਬਟ ਇਸ ਵਕਤ ਦੀ ਲਾਈਵ ਅਪਡੇਟ ਇਹੀ ਹੈ ਕਿ ਕਾਫੀ ਸਾਰੀ ਸੰਗਤ ਜੰਮੂ ਤੋਂ ਵੀ ਦੂਰ ਪਾਰ ਦੇ ਇਲਾਕਿਆਂ ਤੋਂ ਜਿਹੜੀ ਪੁੱਜ ਰਹੀ ਸੀ ਉਹਨਾਂ ਦੇ ਲਈ ਖਾਸ ਟੈਂਟ ਦਾ ਪ੍ਰਬੰਧ ਜਿਹੜਾ ਕਰਨਾ ਚਾਹ ਰਹੀ ਸੀ ਉੱਥੇ ਦੀ ਕਮੇਟੀ ਜਾਂ ਲੋਕਲ ਸੰਗਤ, ਬਟ ਐਡਮਿਨਿਸਟ੍ਰੇਸ਼ਨ ਨੇ ਉਸਦੀ ਪਰਮਿਸ਼ਨ ਨਹੀਂ ਦਿੱਤੀ। ਅਜੇ ਵੀ ਉਹ ਜਿਹੜੇ ਸਾਰੇ ਨੌਜਵਾਨ ਵੀਰ ਬਜ਼ੁਰਗ ਜਿਹੜੇ ਵੀ ਹਨ ਉਹ ਇਦਾਂ ਹੀ ਸੜਕ ਦੇ ਉੱਤੇ ਬੈਠੇ ਹੋਏ ਹਨ, ਕੋਈ ਵੀ ਰੋਡ ਬਲੌਕ ਨਹੀਂ ਕੀਤਾ ਹੋਇਆ। ਇਹ ਸਪੈਸ਼ਲ ਜਾਣਕਾਰੀ ਹੈ ਮੈਂ ਚੈਨਲ ਦੇ ਰਾਹੀਂ ਹਰ ਇੱਕ ਯੂਥ ਨੂੰ ਜਾਂ ਸਿੱਖ ਕਮਿਊਨਿਟੀ ਨਾਲ ਜੁੜੇ ਹੋਏ ਪਰਿਵਾਰਾਂ ਨੂੰ ਦੇਣਾ ਚਾਹਾਂਗਾ ਕਿ ਕੋਈ ਵੀ ਰੋਡ ਬਲੌਕ ਨਹੀਂ ਕੀਤਾ ਹੋਇਆ। ਇੱਕ ਕਨਸਟੀਟਿਊਸ਼ਨਲ ਦਾਇਰੇ ਦੇ ਅੰਦਰ ਰਹਿ ਕੇ ਹੀ ਇਹ ਜਿਹੜਾ ਐਜੀਟੇਸ਼ਨ ਚੱਲ ਰਿਹਾ ਤਾਂ ਕਿ ਕੋਈ ਵੀ ਐਸਾ ਮਾਹੌਲ ਖਰਾਬ ਨਾ ਹੋਏ ਤੈਸ਼ੀ ਦੇ ਵਿੱਚ ਆ ਕੇ, ਔਰ ਬਾਰ-ਬਾਰ ਉਹਨਾਂ ਦੀ ਤਰਫ ਤੋਂ ਜਾਂ ਉਹਨਾਂ ਦੇ ਨਾਲ ਜਿਹੜੇ ਜੁੜੇ ਹੋਏ ਹਨ ਉਹ ਸਪੈਸ਼ਲੀ ਤੌਰ ਤੇ ਮੈਂ ਕਹਿਣਾ ਚਾਹਾਂਗਾ ਕਿ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਅਹਿਮ ਰੋਲ ਨਿਭਾ ਰਹੀ ਹੈ ਇਸ ਵਕਤ ਇਸ ਐਜੀਟੇਸ਼ਨ ਦੇ ਵਿੱਚ ਤਾਂ ਕਿ ਕੋਈ ਵੀ ਜਿਹੜਾ ਯੂਥ ਹੈ ਕੋਈ ਐਸਾ ਕੰਮ ਨਾ ਕਰੇ ਜਿਹਦੇ ਨਾਲ ਬਾਅਦ ਦੇ ਵਿੱਚ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਕੁਝ ਐਕਸ਼ਨ ਲਿਆ ਜਾਏ ਔਰ ਕੁਝ ਗੱਲ ਨਿਕਲ ਕੇ ਸਾਹਮਣੇ ਆਏ। ਜੀ ਹਰਵਿੰਦਰ ਵੀਰ ਜੀ, ਕਿਆ ਉੱਥੇ ਜਿਸ ਜਗ੍ਹਾ ਦੇ ਉੱਤੇ ਮਾਨ ਸਾਹਿਬ ਹੋਣੀ ਬੈਠੇ ਹੋਏ ਨੇ ਇੱਕ ਧਰਨਾ ਤਾਂ ਹਜੇ ਨਹੀਂ ਕਹਿ ਸਕਦੇ, ਧਰਨਾ ਟਾਈਪ ਤਾਂ ਉਹ ਨਹੀਂ ਹੈਗਾ, ਉਹ ਤੇ ਮੰਗ ਕਰ ਰਹੇ ਨੇ ਕਿ ਉਹਨਾਂ ਦੇ ਭਾਵ ਇਹ ਸੀਗਾ ਕਿ ਅੱਜ ਦੀ ਰਾਤ ਲੰਘੂਗੀ ਤੇ ਸਵੇਰੇ ਕੋਈ ਨਾ ਕੋਈ ਫੈਸਲਾ ਜਿਹੜਾ ਆ ਜਾਵੇਗਾ, ਲੇਕਿਨ ਸਮਾਂ ਕਾਫੀ ਹੋ ਗਿਆ ਵਾ, 12:30 ਵੱਜ ਗਏ ਹੋ ਗਏ, ਅੱਜ ਦਾ ਦਿਨ ਵੀ ਜਿਹੜਾ ਤਾਂ ਚਲਾ ਗਿਆ ਹੈਗਾ ਹਨਾ। ਕਿਆ ਮਾਨ ਸਾਹਿਬ ਹੋਣਾ ਦੇ ਵੱਲੋਂ ਜਿੱਥੇ ਉਹ ਬੈਠੇ ਹੋਏ ਨੇ ਗੱਦੇ ਪਾ ਕੇ ਜਿੱਥੇ ਸੜਕ ਦੇ ਉੱਤੇ ਉਸ ਪਾਰ ਆ ਉੱਥੇ ਕਿਸੇ ਆਉਣ ਜਾਣ ਵਾਲੇ ਨੂੰ ਕੋਈ ਪਰੇਸ਼ਾਨੀ ਕੋਈ ਐਸਾ ਜਾਮ ਦਾ ਜਿਹੜਾ ਦੇਖਣ ਨੂੰ ਮਿਲ ਰਿਹਾ ਕਿ ਇੱਕ ਐਸੀ ਜਗ੍ਹਾ ਜਿੱਥੇ ਕਿਸੇ ਨੂੰ ਦਿੱਕਤ ਨਾ ਆਵੇ? ਨਹੀਂ, ਮੈਂ ਬਿਲਕੁਲ ਸਟਾਰਟ ਦੇ ਵਿੱਚ ਹੀ ਕਿਹਾ ਸੀ ਇਸ ਚੀਜ਼ ਨੂੰ ਦਰਸ਼ਕਾਂ ਨੂੰ ਜਾਣਨਾ ਬੇहद ਜ਼ਰੂਰੀ ਹੈ ਕਿਉਂਕਿ ਅਗਰ ਇਸ ਚੀਜ਼ ਦੀ ਨਿਊਜ਼ ਆਪਾਂ ਨਹੀਂ ਪਹੁੰਚਾਵਾਂਗੇ ਤਾਂ ਕਿਧਰੇ ਨਾ ਕਿਧਰੇ ਬੈਡ ਇੰਪ੍ਰੈਸ਼ਨ ਵੀ ਜਾਂਦਾ ਸੋਸਾਇਟੀ ਦੇ ਵਿੱਚ। ਮੈਂ ਪੂਰਨ ਰੂਪ ਤੋਂ ਇਹ ਦਾਅਵੇ ਨਾਲ ਕਹਿ ਸਕਦਾ ਕਿਉਂਕਿ ਮੈਂ ਗਰਾਊਂਡ ਰਿਪੋਰਟ ਤੋਂ ਰਿਪੋਰਟਿੰਗ ਕਰ ਰਿਹਾ ਸੀ ਕਿ ਜਿਹੜਾ ਲਖਨਪੁਰ ਦਾ ਕੋਰੀਡੋਰ ਹੈਗਾ ਉਹ ਘੱਟ ਤੋਂ ਘੱਟ ਵੀ 2-2.5 ਕਿਲੋਮੀਟਰ ਦੇ ਏਰੀਏ ਦੇ ਵਿੱਚ ਫੈਲਿਆ ਤੇ ਉਸ 2-2.5 ਕਿਲੋਮੀਟਰ ਦੇ ਏਰੀਏ ਦੇ ਵਿੱਚ ਜਿੱਥੇ ਕਿ ਐਡਮਿਨਿਸਟ੍ਰੇਸ਼ਨ ਦੇ ਲੋਕ ਰੁਕਦੇ ਹਨ
ਜਿਹੜੇ ਵੀ ਹਾਇਰ ਅਥਾਰਟੀ ਦੇ ਹੋਣ ਉਸ ਜਗ੍ਹਾ ਤੋਂ ਨਿਕਲਦੇ ਹਨ, ਉੱਥੇ ਕੋਈ ਵੀ ਬਲੋਕੇਜ ਨਹੀਂ ਕੀਤੀ ਗਈ ਦੀ ਹੈ। ਇੱਕ ਸਾਈਡ ਕਾਰਨਰ ਦੇ ਉੱਤੇ ਜਿੱਥੇ ਕਿ ਉਹਨਾਂ ਨੂੰ ਬੈਰੀਕੇਟਿੰਗ ਕਰਕੇ ਰੋਕਿਆ ਗਿਆ ਸੀ, ਉਹ ਇੱਕ ਅਲੱਗ ਰੂਟ ਹੈ ਜਿਹੜਾ ਕਿ ਪੁਰਾਣਾ ਰੂਟ ਹੁੰਦਾ ਸੀ ਪਹਿਲੇ, ਉਸ ਰੂਟ ਤੇ ਉਹਨਾਂ ਨੂੰ ਰੋਕਿਆ ਗਿਆ ਕਿਉਂਕਿ ਆਪਾਂ ਜਾਣਦੇ ਹਾਂ ਕਿ ਇਸ ਟਾਈਮ ਟਰੱਕ ਵਗੈਰਾ ਦੀ ਜਿਹੜੀ ਆਵਾਜਾਈ ਰੁਕੇ ਨਾ, ਇਸ ਕਰਕੇ ਵੀ ਇੱਕ ਖਾਸ ਧਿਆਨ ਰੱਖਿਆ ਗਿਆ ਕਿ ਕਿਸੇ ਨੂੰ ਵੀ ਕੋਈ ਕਿਸਮ ਦਾ ਹਾਰਮ ਨਹੀਂ ਕਰਨਾ, ਤਾਂ ਕਿ ਇੱਕ ਪੋਜ਼ਿਟਿਵ ਸੁਨੇਹਾ ਸਾਰੀ ਹੀ ਗਵਰਨਮੈਂਟ ਦੇ ਕੋਲ ਪਹੁੰਚਾ ਸਕੀਏ। ਅਸੀਂ ਉਸੇ ਚੀਜ਼ ਦਾ ਇਹ ਵੇਟ ਕਰ ਰਹੇ ਸੀ ਸਵੇਰ। ਹਰਵਿੰਦਰ ਜੀ, ਜਿੱਦਾਂ ਤੁਸੀਂ ਕਿਹਾ ਕਿ 3 ਵਕੀਲ ਨੇ ਜਿਹੜੇ ਡਿਸਟ੍ਰਿਕਟ ਗੁਰਦੁਆਰਾ ਕਮੇਟੀ ਜਿਹੜੀ ਕਠੂਆ ਦੇ ਵੱਲੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਣਾ ਨੂੰ ਦਿੱਤੇ ਗਏ ਨੇ, ਉਹਨਾਂ ਦੇ ਲਈ ਉਹ ਆਵਾਜ਼ ਚੁੱਕ ਰਹੇ ਨੇ। ਕਿਆ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਣਾ ਦਾ ਵੀ ਕੋਈ ਵਕੀਲ ਪੰਜਾਬ ਤੋਂ ਇੱਥੇ ਇਹਨਾਂ ਵਕੀਲਾਂ ਦੀ ਟੀਮ ਦੇ ਵਿੱਚ ਹੈ? ਬਿਲਕੁਲ ਦੱਸਿਆ ਜਾ ਰਿਹਾ ਸੀ ਕਿ ਇੱਕ ਲੀਗਲ ਮੈਂਬਰ ਹਨ ਉਹਨਾਂ ਦੀ ਹੀ ਟੀਮ ਦੇ, ਜਿਨ੍ਹਾਂ ਨੇ ਪੂਰਾ ਕੰਸਲਟ ਕੀਤਾ ਹੈਗਾ ਉਹਨਾਂ ਦੇ ਨਾਲ ਕਿ ਕਿਸ ਤਰੀਕੇ ਨਾਲ। ਆਪਾਂ ਜਾਣਦੇ ਹਾਂ ਕਿ ਉਹਨਾਂ ਦਾ ਵੀ ਬੈਕਗ੍ਰਾਉਂਡ ਲਾਅ ਐਂਡ ਆਰਡਰ ਦੇ ਨਾਲ ਹੀ ਰਿਹਾ ਹੈ ਤੇ ਉਹ ਬਖੂਬੀ ਸਾਡੇ ਹਿਸਾਬ ਨਾਲ ਤੇ ਉਹ ਜਾਣਦੇ ਹਨ ਕਿ ਕਿਸ ਤਰੀਕੇ ਨਾਲ ਇਸ ਚੀਜ਼ ਨੂੰ ਚੈਲੰਜ ਕਰਨਾ ਹੈਗਾ ਕੋਰਟ ਦੇ ਵਿੱਚ। ਇਸੇ ਕਰਕੇ ਉਹ ਸਪੈਸ਼ਲ ਜਿਹੜੇ 3 ਲਾਇਰਸ ਜਿਹੜੇ ਐਡਵੋਕੇਟ ਜਿਹੜੇ ਸੈਸ਼ਨ ਕੋਰਟ ਦੇ ਵਿੱਚ ਇਸ ਚੀਜ਼ ਨੂੰ ਫਾਈਲ ਕਰਨਾ ਸੀ, ਉਹ ਪਹਿਲੇ ਉਚੇਚੇ ਤੌਰ ਤੇ ਉੱਥੇ ਪੁੱਜੇ, ਪ੍ਰੋਪਰ ਤਰੀਕੇ ਨਾਲ ਡਾਕੂਮੈਂਟੇਸ਼ਨ ਔਰ ਪੁੱਛਗਿੱਛ ਕਰਨ ਤੋਂ ਬਾਅਦ ਹੀ ਇੱਕ ਫਾਈਲ ਮੇਨਟੇਨ ਕਰਕੇ ਸੈਸ਼ਨ ਕੋਰਟ ਦੇ ਵਿੱਚ ਜਾ ਕੇ ਉਹਨਾਂ ਨੇ ਸਬਮਿਸ਼ਨ ਦੇਣੀ ਹੈ, ਤਾਂ ਕਿ ਹਰ ਇੱਕ ਚੀਜ਼ ਨੂੰ ਨੌਲੇਜ ਦੇ ਵਿੱਚ ਲਿਆ ਕੇ ਹੀ ਕੰਮ ਕੀਤਾ ਜਾਏ। ਜਿਹੜੇ ਉਹਨਾਂ ਦੇ ਕਨਸਟੀਟਿਊਸ਼ਨਲ ਰਾਈਟਸ ਹਨ ਉਹ ਉਸ ਚੀਜ਼ ਨੂੰ ਯੂਜ਼ ਕਰਕੇ ਕੋਰਟ ਦੇ ਵਿੱਚ ਉਹਨਾਂ ਨੇ ਲੈ ਕੇ ਜਾਣਾ ਸੀ। ਹਰਵਿੰਦਰ ਜੀ, ਵੀਰ ਜੀ, ਜਿੱਦਾਂ ਤੁਸੀਂ ਕੱਲ ਤੋਂ ਹੀ ਸਾਰਿਆਂ ਦੇ ਵਿਚਾਰ ਲੈ ਰਹੇ ਹੋ, ਨੌਜਵਾਨਾਂ ਦੇ ਵਿਚਾਰ ਵੀ ਖਾਸੇ ਤੌਰ ਦੇ ਉੱਤੇ ਤੁਸੀਂ ਲਏ ਨੇ। ਸਰਦਾਰ ਸਿਮਰਨਜੀਤ ਸਿੰਘ ਮਾਨ ਹੋਣਾ ਦੇ ਵੱਲੋਂ ਲਗਾਤਾਰ ਸ਼ਾਂਤੀ ਦੇ ਨਾਲ, ਬੜੇ ਪੋਲਾਈਟ ਵੇ ਦੇ ਨਾਲ ਐਡਮਿਨਿਸਟ੍ਰੇਸ਼ਨ ਦੇ ਨਾਲ ਜਿਹੜਾ ਗੱਲਬਾਤ ਕੀਤੀ ਜਾ ਰਹੀ ਹੈ, ਨੌਜਵਾਨਾਂ ਦਾ ਕਿਹੋ ਜਿਹਾ ਸੁਭਾਅ ਹੈਗਾ? ਨੌਜਵਾਨ ਕਿਵੇਂ ਡਟੇ ਹੋਏ ਨੇ ਉੱਥੇ? ਬਿਲਕੁਲ, ਮੈਂ ਇਹੀ ਕਹਿਣਾ ਚਾਹਾਂਗਾ ਕਿ ਨੌਜਵਾਨ ਵੀਰਾਂ ਦਾ ਸਾਥ, ਜਿੱਦਾਂ ਕਿ ਮੈਂ ਆਪ ਜੀ ਸਾਰੇ ਜਾਣਦੇ ਹੀ ਹੋ ਕਿ ਇੱਕ ਸ਼ਡਿਊਲ ਜਿਹੜਾ ਉਹਨਾਂ ਦਾ ਦੌਰਾ ਸੀ ਜੰਮੂ ਕਸ਼ਮੀਰ ਦਾ, ਇਸ ਤੋਂ ਪੁੱਜਣ ਤੋਂ ਪਹਿਲੇ ਕੋਈ ਵੀ ਆਸਾਰ ਨਹੀਂ ਸਨ ਕਿ ਉਹ ਨਹੀਂ ਆ ਪਾਣਗੇ ਜਾਂ ਨਹੀਂ ਪੁੱਜ ਪਾਣਗੇ। ਮੈਂ ਪਹਿਲਾਂ ਹੀ ਕਿਹਾ ਸੀ ਕਿ ਜੰਮੂ ਕਸ਼ਮੀਰ ਦੇ ਅਲੱਗ-ਅਲੱਗ ਇਲਾਕੇ ਹਲਕਿਆਂ ਦੇ ਵਿੱਚ ਸਿੱਖ ਕੌਮ ਬੜੇ ਹੀ ਉਤਸ਼ਾਹ ਦੇ ਨਾਲ ਉਹਨਾਂ ਦਾ ਵੇਟ ਕਰ ਰਹੀ ਸੀ ਕਿ ਉਹ ਕਦੋਂ ਪੁੱਜਣਗੇ, ਲੇਕਿਨ ਐਟ ਏ ਟਾਈਮ ਦੇ ਉੱਤੇ ਹੀ ਡਿਸੀਜਨ ਲਿਆ ਜਾਂਦਾ ਹੈ ਗਵਰਨਮੈਂਟ ਦੀ ਤਰਫ ਤੋਂ ਕਿ ਉਹਨਾਂ ਨੂੰ ਕੋਰੀਡੋਰ ਤੇ ਹੀ ਰੋਕ ਦਿੱਤਾ ਜਾਏਗਾ, ਜਿਸ ਚੀਜ਼ ਨੂੰ ਲੈ ਕੇ ਨੌਜਵਾਨਾਂ ਦੇ ਵਿੱਚ ਕਾਫੀ ਰੋਸ ਸੀ ਕਿ ਇੱਕ ਆਮ ਇਨਸਾਨ ਅਗਰ ਕੋਰੀਡੋਰ ਨੂੰ ਕ੍ਰਾਸ ਕਰ ਰਿਹਾ ਤਾਂ ਰੋਕਣਾ ਲਾਜ਼ਮੀ ਹੈ, ਬਟ ਇੱਕ ਹਾਊਸ ਦਾ ਮੈਂਬਰ ਜਿਹੜਾ ਕਿ ਰਿਪਰੈਜ਼ੈਂਟ ਕਰ ਰਿਹਾ ਮੈਂਬਰ, ਇੱਕ ਪਾਰਲੀਮੈਂਟ ਨੂੰ ਜਿਹੜੀ ਸੁਪਰੀਮ ਸਾਡੀ ਹਾਊਸ ਹੈ ਉਸਦਾ ਇੱਕ ਮੈਂਬਰ ਅਗਰ ਆ ਰਿਹਾ ਤੇ ਉਹਨੂੰ ਐਟ ਏ ਟਾਈਮ ਦੱਸਿਆ ਜਾ ਰਿਹਾ ਵਿਦਆਊਟ ਐਨੀ ਨੋਟਿਸ, ਔਰ ਸਿੱਧਾ ਦੱਸ ਰਹੇ ਕਿ 144 ਇੰਪੋਜ਼ ਕਰ ਦਿੱਤੀ ਗਈ ਹੈ। ਮੈਂ ਸਮਝਦਾ ਕਿ ਇਸੀ ਚੀਜ਼ ਨੂੰ ਚੈਲੰਜ ਕਰਨ ਦੇ ਲਈ ਸਿਮਰਨਜੀਤ ਸਿੰਘ ਮਾਨ ਹੋਰੀ ਕਹਿ ਵੀ ਰਹੇ ਸੀ ਰਾਤ ਨੂੰ ਆਪਣੇ ਸਾਰੇ ਜਿੰਨੇ ਵੀ ਸਮਰਥਕ ਸੀ ਉਹਨਾਂ ਨੂੰ ਕਿ ਮੇਰਾ ਇੱਕ ਲੀਗਲ ਰਾਈਟ ਹੈਗਾ ਇਸ ਟਾਈਮ ਕਿ ਮੇਰੇ ਜਿਨ੍ਹਾਂ ਨੇ ਮੈਨੂੰ ਮੈਂਬਰ ਆਫ ਪਾਰਲੀਮੈਂਟ ਬਣਾਇਆ 3 ਤੋਂ 4 ਲੱਖ ਲੋਕਾਂ ਦਾ ਜਿਹੜਾ ਆਵਾਜ਼ ਆ ਉਹ ਮੇਰੇ ਪਿੱਛੇ ਹੈਗੀ ਹੈ, ਕਿ ਮੈਂ ਕਨਸਟੀਟਿਊਸ਼ਨ ਰਾਈਟ ਦਾ ਹਿੱਸਾ ਹੈਗਾ ਹਾਂ ਔਰ ਮੈਂ ਇਸ ਚੀਜ਼ ਨੂੰ ਯੂਜ਼ ਕਰਕੇ ਪ੍ਰੋਪਰ ਤਰੀਕੇ ਨਾਲ ਐਡਮਿਨਿਸਟ੍ਰੇਸ਼ਨ ਕੋਲੋਂ ਜਵਾਬ ਮੰਗਣਾ ਹੈ ਕਿ ਮੈਂ ਅਗਰ ਕਿਸੇ ਵੀ ਇੰਡੀਅਨ ਟੈਰੀਟਰੀ ਦੇ ਅੰਦਰ ਜਾ ਸਕਦਾ ਤੇ ਫਿਰ ਜੰਮੂ ਕਸ਼ਮੀਰ ਦੇ ਵਿੱਚ ਕਿਉਂ ਨਹੀਂ ਜਾ ਸਕਦਾ। ਇਸ ਤਰੀਕੇ ਨਾਲ ਉਹਨਾਂ ਨੇ ਕਿਹਾ ਸੀ ਕਿ ਮੈਂ ਜਵਾਬ ਲੈਣਾ ਚਾਹਾਂਗਾ, ਮੈਂ ਸਵੇਰੇ ਜ਼ਰੂਰ ਐਡਮਿਨਿਸਟ੍ਰੇਸ਼ਨ ਦੇ ਤਰਫ ਤੋਂ ਇੱਕ ਕੋਰਟ ਦੇ ਵਿੱਚ ਫਾਈਲ ਕਰਾਂਗਾ। ਹਰਵਿੰਦਰ, ਤੁਸੀਂ ਤੇ ਗਰਾਊਂਡ ਤੇ ਸੀਗੇ, ਸਰਦਾਰ ਸਿਮਰਨਜੀਤ ਸਿੰਘ ਮਾਨ ਹੋਣਾ ਨੂੰ ਇਹ ਕਿਹਾ ਜਾ ਰਿਹਾ ਹੈ ਕਿ ਇਹ ਜਿਹੜਾ ਨੋਟਿਸ ਦਿੱਤਾ ਗਿਆ ਹੈ ਕਿ ਜੇਕਰ ਤੁਸੀਂ ਇਸ ਪਾਰ ਆਉਂਦੇ ਹੋ ਤਾਂ ਜਿਹੜਾ ਮਾਹੌਲ ਹੈ ਖਰਾਬ ਹੋ ਸਕਦਾ ਹੈ, ਜਿਹੜੇ ਭਾਸ਼ਣ ਨੇ ਉਹਨਾਂ ਦੇ ਭੜਕਾਊ ਹੁੰਦੇ ਨੇ, ਪਰ ਅਸੀਂ ਲਗਾਤਾਰ ਵੇਖ ਰਹੇ ਹਾਂ ਇੱਕ ਬਾਣੀ ਚੈਨਲ ਦੇ ਰਾਹੀਂ ਸਾਰਾ ਹੀ ਲਾਈਵ ਦੇਖਿਆ ਸਾਰਿਆਂ ਨੇ, ਬੜੇ ਪੋਲਾਈਟ ਵੇ ਦੇ ਨਾਲ, ਬੜੇ ਪਿਆਰ ਦੇ ਨਾਲ ਉਹ ਪ੍ਰਸ਼ਾਸਨ ਦੇ ਨਾਲ ਰਾਬਤਾ ਕਰ ਰਹੇ ਨੇ, ਪ੍ਰਸ਼ਾਸਨ ਉਹਨਾਂ ਦੇ ਨਾਲ ਬੜੇ ਪਿਆਰ ਦੇ ਨਾਲ ਜਿਹੜੇ ਗੱਲ ਕਰ ਰਹੇ ਨੇ। ਉੱਥੇ ਕਿਆ ਲੱਗਾ ਐਸਾ ਕਿਸੇ ਨੂੰ ਭੜਕਾਊ ਗੱਲ ਹੋਈ ਹੈ? ਕਿਆ ਕੋਈ ਐਸਾ ਲੱਗਾ ਕਿ ਉਹਨਾਂ ਦੇ ਵੱਲੋਂ ਨੌਜਵਾਨਾਂ ਨੂੰ ਭੜਕਾਇਆ ਜਾ ਰਿਹਾ ਜਾਂ ਕਿਸੇ ਦਾ ਕੋਈ ਉਹਨਾਂ ਦੀ ਗੱਲ 'ਚ ਲੱਗਾ? ਤੁਸੀਂ ਗਰਾਊਂਡ ਤੇ ਸੀਗੇ। ਬਿਲਕੁਲ ਇਦਾਂ ਦਾ ਕੋਈ ਵੀ ਨਹੀਂ ਲੱਗਾ, ਇੱਕ ਸੁਲਝਿਆ ਹੋਇਆ ਇਨਸਾਨ। ਮੈਂ ਰਾਤ ਨੂੰ ਵੀ ਅਪਡੇਟ ਦਿੱਤਾ ਸੀ ਕਿ ਇੱਕ ਮੈਂਬਰ ਆਫ ਪਾਰਲੀਮੈਂਟ ਵਿਦਆਊਟ ਐਨੀ ਗਾਰਡ, ਵਿਦਆਊਟ ਐਨੀ ਪ੍ਰੋਟੈਕਸ਼ਨ ਆਪਣੀ ਸਿਵਲ ਗੱਡੀ ਦੇ ਵਿੱਚ ਲੱਗ ਰਹੀ ਸੀ, ਕੋਈ ਉਹਦੇ ਉੱਪਰ ਲਾਈਟਿੰਗ ਵਗੈਰਾ ਨਹੀਂ ਹੋਈ ਸੀ, ਉਹ ਬਿਲਕੁਲ ਇੱਕ ਆਮ ਇਨਸਾਨ ਦੀ ਤਰ੍ਹਾਂ ਸਾਰਿਆਂ ਨੂੰ ਮਿਲਣ ਲਈ ਆ ਰਹੇ ਸੀ ਤਾਂ ਕਿ ਮੈਂ ਮੁੱਦਿਆਂ ਨੂੰ ਦੇਖ ਸਕਾਂ ਕਿ ਕਿੱਦਾਂ ਦੇ ਹਾਲਾਤ ਹੈਗੇ ਨੇ। ਕੋਈ ਐਸਾ ਨੈਗੇਟਿਵ ਪ੍ਰਚਾਰ ਨਹੀਂ ਕੀਤਾ ਗਿਆ ਉਹਨਾਂ ਦੀ ਤਰਫ ਤੋਂ ਕਿ ਮੈਂ ਆਖਾਂ ਕਿ ਬੈਰੀਕੇਟਿੰਗ ਤੋੜਨ ਦੀ ਜਾਂ ਜ਼ਬਰਦਸਤੀ ਬੈਰੀਕੇਟਿੰਗ ਕ੍ਰਾਸ ਕਰਦੀ। ਔਰ ਇੱਕ ਛੋਟਾ ਜਿਹਾ ਇੰਸੀਡੈਂਟ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਾਂਗਾ ਕਿਉਂਕਿ ਮੈਨੂੰ ਲੱਗਦਾ ਕਿ ਉਹ ਜ਼ਰੂਰੀ ਵੀ ਹੈਗਾ। ਜਿੱਦਾਂ ਹੀ ਡਿਪਟੀ ਕਮਿਸ਼ਨਰ ਆਫ ਕਠੂਆ ਅਤੇ ਸੀਨੀਅਰ ਸੁਪਰਡੈਂਟੈਂਟ ਆਫ ਪੁਲਿਸ ਕਠੂਆ ਮੌਕੇ ਤੇ ਪੁੱਜਦੇ ਹਨ ਅਤੇ ਉਹਨਾਂ ਦੀ ਤਰਫ ਤੋਂ ਕਿਹਾ ਜਾਂਦਾ ਹੈ ਕਿ ਇਹ ਨੋਟਿਸ ਹੈਗਾ 144 ਇੰਪੋਜ਼ ਕਰ ਦਿੱਤੀ ਹੈ, ਤੁਹਾਨੂੰ ਪਰਮਿਸ਼ਨ ਨਹੀਂ ਹੈਗੀ ਹੈ, ਤਾਂ ਉਹ ਇੱਕ ਆਪਣੇ ਜਿਹੜੇ ਨਾਲ ਆਏ ਹੋਏ ਸੀ ਉਹਨਾਂ ਦੇ ਨਾਲ ਹੀ ਇੱਕ ਛੋਟਾ ਜਿਹਾ ਬੈਗ ਖੁਦ ਪਕੜ ਲੈਂਦੇ ਹਨ ਅਤੇ ਪੈਦਲ ਚੱਲ ਜਾਂਦੇ ਹਨ। ਡੀਸੀ ਸਾਹਿਬ ਕੋਲ ਉਹਨਾਂ ਨੂੰ ਕਹਿੰਦੇ ਹਨ ਕਿ ਚਲੋ ਅੱਜ ਆਪਾਂ ਪੈਦਲ ਹੀ ਚੱਲਦੇ ਹਾਂ। 144 ਇੰਪੋਜ਼ ਤਾਂ ਹੁੰਦੀ ਹੈ ਜਦੋਂ ਮੈਂ ਕੋਈ ਗਰੁੱਪ ਨੂੰ ਲੈ ਕੇ ਜਾ ਰਿਹਾ, ਜਿੰਨੇ ਵੀ ਲੋਕ ਹਨ ਇੱਥੋਂ ਹਿੱਲੇਗਾ ਵੀ ਨਹੀਂ, ਇੱਥੇ ਹੀ ਬੈਠੇ ਰਹਿਣਗੇ। ਮੈਂ ਕੱਲਾ ਤੁਹਾਡੇ ਨਾਲ ਜੰਮੂ ਤੋਂ ਚੱਕਰ ਲਗਾ ਕੇ ਸਾਰੇ ਜਿੰਨੇ ਵੀ ਮੁੱਦੇ ਹੈਗੇ ਨੇ ਦੇਖ ਕੇ ਤੁਹਾਡੇ ਨਾਲ ਹੀ ਵਾਪਿਸ ਆ ਜਾਵਾਂਗਾ। ਇੱਕ ਇੰਸੀਡੈਂਟ ਸੀ ਕਿ ਉਹਨਾਂ ਨੂੰ ਪਤਾ ਸੀ ਕਿ ਮੈਂ ਇੱਕ ਦਾਇਰੇ ਦੇ ਅੰਦਰ ਰਹਿ ਕੇ ਹੀ ਸਾਰੇ ਕੰਮ ਕਰਨੇ ਹਨ,
ਤੇ ਮੈਂ ਐਸਾ ਕੋਈ ਵੀ ਕੰਮ ਨਹੀਂ ਕਰਨਾ ਕਿ ਬਾਅਦ ਦੇ ਵਿੱਚ ਜਿਹੜੀ ਆਵਾਮ ਆ ਉਹਨਾਂ ਨੂੰ ਕੋਈ ਪਰੇਸ਼ਾਨੀ ਆਏ, ਜਿਹਦਾ ਕਿ ਆਪਾਂ ਸਮਝਦੇ ਹੀ ਹਾਂ। ਕਿਉਂਕਿ ਉਹਨਾਂ ਦੀ ਤਰਫ ਤੋਂ ਸਪੈਸ਼ਲ ਤੌਰ ਤੇ ਕਿਹਾ ਗਿਆ ਹੈ ਕਿ ਥੋੜੀ ਦੇਰ ਪਹਿਲੇ ਹੀ ਜਿਹੜੇ ਹੋਮ ਮਿਨਿਸਟਰ ਸਾਡੇ ਇੰਡੀਆ ਦੇ ਅਮਿਤ ਸ਼ਾਹ ਜੀ, ਉਹਨਾਂ ਦਾ ਵੀ ਦੌਰਾ ਹੋਇਆ ਤੇ ਇੱਕ ਲਾਜ਼ਮੀ ਅਗਰ ਉਹ ਦੌਰੇ ਲਈ ਆ ਸਕਦੇ ਹਨ ਤੇ ਫਿਰ ਨਾਰਮਲਸੀ ਹੀ ਹੋਏਗੀ ਤੇ ਸਾਰੇ ਆ ਸਕਦੇ ਸਨ। ਪਤਾ ਨਹੀਂ ਕਿਸ ਬਿਹਾਫ ਤੇ ਰੋਕਿਆ ਗਿਆ, ਤਾਂ ਜਵਾਬ ਤੇ ਮੈਂ ਜ਼ਰੂਰ ਲੈ ਕੇ ਹੀ ਜਾਵਾਂਗਾ ਐਡਮਿਨਿਸਟ੍ਰੇਸ਼ਨ ਦਾ। ਬਿਲਕੁਲ ਹਰਵਿੰਦਰ ਸਿੰਘ ਜੀ, ਜਿੱਦਾਂ ਕਿ ਇੱਕ ਮੈਂਬਰ ਆਫ ਪਾਰਲੀਮੈਂਟ ਨੇ ਔਰ ਦੂਸਰੀ ਉਹ ਸੀਨੀਅਰ ਸਿਟੀਜ਼ਨ ਵੀ ਨੇ, ਔਰ ਜੇਕਰ ਇਹਨਾਂ ਦੋਨਾਂ ਹੀ ਮੈਂਬਰ ਆਫ ਪਾਰਲੀਮੈਂਟ ਜਿਨ੍ਹਾਂ ਨੂੰ 4-5 ਲੱਖ ਵੋਟਰਸ ਨੇ ਚੁਣਿਆ, ਔਰ ਉਹ ਮੈਂਬਰ ਆਫ ਪਾਰਲੀਮੈਂਟ ਕਿਸੇ ਸਟੇਟ ਦੇ ਵਿੱਚ ਜਾ ਕੇ ਉਹਨਾਂ ਨੂੰ ਇਹ ਕਿਹਾ ਜਾਵੇ ਕਿ ਸਟੇਟ ਦੇ ਲਈ ਖਤਰਾ ਹੋ ਸਕਦੇ ਨੇ ਜਾਂ ਇਹਨਾਂ ਦੀ ਗੱਲਾਂ ਨੇ ਜਿਹੜੀਆਂ ਉਹ ਭੜਕਾਊ ਹੋ ਸਕਦੀਆਂ ਨੇ, ਤਾਂ ਫਿਰ ਜਿਹੜਾ 4-5 ਲੱਖ ਵੋਟਰ ਆ ਉਹਦੀ ਸੋਚ ਕਿੱਥੇ ਗਈ? ਉਹ ਉਹਨਾਂ ਦੇ ਪਿੱਛੇ ਸਨ। ਔਰ ਦੂਸਰੀ ਗੱਲ ਇਹ ਹੈ, ਐਮਪੀ ਬਤੌਰ ਐਮਪੀ ਦੇ ਨਾਤੇ ਜੇਕਰ ਉਹ ਕਿਸੇ ਸਟੇਟ ਦੇ ਵਿੱਚ ਆ ਰਹੇ ਸਨ, ਤਾਂ ਕਿਆ ਜੇਕਰ ਉਹਨਾਂ ਨੂੰ ਬਾਹਰ ਬਾਰਡਰ ਦੇ ਪਾਰ ਰੋਕਿਆ ਹੀ ਗਿਆ ਹੈਗਾ, ਕਿਆ ਉਹਨਾਂ ਦੀ ਰਿਹਾਇਸ਼ ਦਾ ਪ੍ਰਬੰਧ ਕਰਨਾ ਇਹ ਇੱਕ, ਕਿਆ ਇਸ ਨੂੰ ਇਹ ਨਹੀਂ ਕਵਾਂਗੇ ਕਿ ਕਰਨਾ ਜ਼ਰੂਰੀ ਸੀਗਾ? ਮੈਂਬਰ ਆਫ ਪਾਰਲੀਮੈਂਟ ਨੇ, 4-5 ਲੋਕਾਂ ਦੀ ਆਵਾਜ਼ ਨੇ, ਉਹ ਉਹਨਾਂ ਦੇ ਰਹਿਣ ਦਾ ਪ੍ਰਬੰਧ, ਉਹਨਾਂ ਦੇ ਸੌਣ ਦਾ, ਉਹਨਾਂ ਦੇ ਬਹਿਣ ਦਾ ਕੋਈ ਪ੍ਰਬੰਧ ਵੇਖਿਆ ਗਿਆ? ਬਿਲਕੁਲ, ਮੈਂ ਇਹ ਚੀਜ਼ ਜ਼ਰੂਰ ਦੱਸਾਂਗਾ ਕਿ ਪ੍ਰਸ਼ਾਸਨ ਦਾ ਇੱਕ ਕੰਮ ਸੀ ਕਿ ਉਹ ਕਨਸਟੀਟਿਊਸ਼ਨਲ ਰਾਈਟ ਸੀ ਇੱਕ ਮੈਂਬਰ ਆਫ ਪਾਰਲੀਮੈਂਟ ਦਾ, ਕਿ ਅਗਰ ਉਹ ਪੁੱਜ ਰਹੇ ਨੇ ਕਿਸੇ ਵੀ ਯੂਨੀਅਨ ਟੈਰੀਟਰੀ ਦੇ ਅੰਦਰ ਤੇ ਜਿਹੜੀ ਉੱਥੇ ਦੀ ਲੋਕਲ ਐਡਮਿਨਿਸਟ੍ਰੇਸ਼ਨ ਹੈ ਉਹਨਾਂ ਦੇ ਵੱਲੋਂ ਕੁਝ ਨਾ ਕੁਝ ਪ੍ਰੋਵਾਈਡ ਕਰਨਾ ਉਹਨਾਂ ਦਾ ਮੈਂ ਕਹਿੰਦਾ ਫਰਜ਼ ਵੀ ਸੀ। ਔਰ ਸਪੈਸ਼ਲ ਤੌਰ ਤੇ ਰਾਤ ਨੂੰ, ਕਿਉਂਕਿ ਆਪਾਂ ਜਾਣਦੇ ਹਾਂ ਕਿ ਉਹ ਏਜਡ ਵੀ ਹੈਗੇ ਨੇ, ਔਰ ਰਾਤ ਨੂੰ ਮੈਨੂੰ ਵੀ ਪਤਾ ਚੱਲਿਆ ਕਿ ਉਹਨਾਂ ਦਾ ਉਪਚਾਰ ਚੱਲ ਰਿਹਾ ਕਿਸੇ ਹਸਪੀਟਲ ਦੇ ਵਿੱਚ। ਉਹਨਾਂ ਨੇ ਸਪੈਸ਼ਲੀ ਤੌਰ ਤੇ ਮਨਾ ਕੀਤਾ ਹੋਇਆ ਕਿ ਤੁਸੀਂ ਨਹੀਂ ਬੈਠਣਾ, ਕਿਉਂਕਿ ਮੌਸਮ ਵੀ ਵੈਸਾ ਹੈਗਾ ਤੇ ਏਜ ਵੀ ਤੁਹਾਡੀ ਹੈਗੀ ਹੈ। ਕੁਝ ਜਿਹੜੇ ਆਗੂ ਹਨ ਉਹਨਾਂ ਨੇ ਸਪੈਸ਼ਲੀ ਤੌਰ ਤੇ ਐਡਮਿਨਿਸਟ੍ਰੇਸ਼ਨ ਨੂੰ ਕਿਹਾ ਸੀ ਕਿ ਇਹਨਾਂ ਨੂੰ ਰਿਹਾਇਸ਼ ਦੇ ਲਈ ਸਪੈਸ਼ਲੀ ਕੋਈ ਨਾ ਕੋਈ ਜਗ੍ਹਾ ਦਿੱਤੀ ਜਾਏ, ਸਪੈਸ਼ਲੀ ਇਹਨਾਂ ਨੂੰ ਹੀ, ਤਾਂ ਕਿ ਇਹ ਸਵੇਰ ਨੂੰ ਫਿਰ ਵਾਪਿਸ ਆ ਜਾਣ। ਬਟ ਉਹਨਾਂ ਨੇ ਕਿਹਾ ਕਿ ਸਾਨੂੰ ਬਿਲਕੁਲ ਮਨਾ ਹੀ ਹੈ ਕੋਰੀਡੋਰ ਤੋਂ ਅੰਦਰ ਐਂਟਰੈਂਸ ਦੀ, ਤੇ ਅਸੀਂ ਇਹਦੇ ਵਿੱਚ ਤੁਹਾਡੀ ਕੋਈ ਹੈਲਪ ਨਹੀਂ ਕਰ ਸਕਦੇ। ਹਰਵਿੰਦਰ ਜੀ ਦੇਖੋ, ਕਿਆ ਐਸੀ ਕੋਈ ਉੱਥੇ ਗੱਲ ਨਹੀਂ ਚੱਲਦੀ? ਇੱਕ ਮੈਂਬਰ ਆਫ ਪਾਰਲੀਮੈਂਟ ਜਦੋਂ ਹਾਊਸ ਦੇ ਵਿੱਚ ਜਾਂਦਾ ਤੇ ਉਹ ਹਾਊਸ ਦੇ ਵਿੱਚ ਬੈਠੇ ਸਾਰੇ ਮੈਂਬਰਾਂ ਦੇ ਲਈ ਉਹ ਕੋਈ ਖਤਰਾ ਨਹੀਂ ਹੈ। ਹਾਊਸ ਦੇ ਵਿੱਚ ਉਹ ਕਿਸੇ ਕਿਸਮ ਦਾ ਕੋਈ ਨੁਕਸਾਨ ਕਰਦੇ ਨੇ? ਕਿ ਹਾਊਸ ਦੇ ਵਿੱਚੋਂ ਐਸੀ ਕੋਈ ਜਾਣਕਾਰੀ ਆਈ ਹੈ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਣੀ ਹਾਊਸ ਦੇ ਵਿੱਚ ਐਂਟਰ ਕਰਦੇ ਨੇ ਤੇ ਉਹਨਾਂ ਨੇ ਇਹ ਕਰਤਾ ਉੱਥੇ? ਤਾਂ ਕਿਆ ਇੱਕ ਸਟੇਟ ਦੇ ਵਿੱਚ ਦਾਖਲ ਹੁੰਦੇ ਹੋਏ ਮੈਂਬਰ ਆਫ ਪਾਰਲੀਮੈਂਟ ਜਦੋਂ ਹਾਊਸ ਦੇ ਵਿੱਚ ਬਹਿ ਸਕਦੇ ਨੇ, ਕਿਆ ਜੰਮੂ ਕਸ਼ਮੀਰ 'ਚ ਦਾਖਲ ਨਹੀਂ ਹੋ ਸਕਦੇ? ਇੱਥੇ ਅਗਰ ਮੈਂ ਗੱਲ ਕਰਾਂ, ਜਿਹੜਾ ਇੱਕ ਸਵਾਲ ਹਰ ਕਿਸੇ ਦੇ ਜ਼ਿਹਨ ਦੇ ਵਿੱਚ ਉੱਠੇਗਾ, ਕਿਉਂਕਿ ਆਪਾਂ ਜਾਣਦੇ ਹਾਂ ਕਿ ਮਾਈਨੋਰਿਟੀ ਦੇ ਵਿੱਚ ਹੀ ਹੈਗੀ ਹੈ ਸਿੱਖ ਕਮਿਊਨਿਟੀ। ਕਾਫੀ ਲੰਬੇ ਅਰਸੇ ਤੋਂ ਕੁਝ ਮੰਗਾਂ ਚੱਲ ਰਹੀਆਂ ਜਿਹੜੀ ਕਿ ਅਲੱਗ-ਅਲੱਗ ਜਿਹੜੇ ਵੀ ਸਾਡੇ ਨੁਮਾਇੰਦੇ ਨੇ, ਸਾਡੀ ਜਿਹੜੀ ਰੂਲਿੰਗ ਪਾਰਟੀ ਆ ਉਹਦੇ ਵਿੱਚ ਉਹਨਾਂ ਨੂੰ ਮੈਮੋਰੈਂਡਮ ਵੀ ਦਿੱਤੇ ਹੈਗੇ ਨੇ। ਕੁਝ ਐਸੀ ਡਿਮਾਂਡਸ ਹੈਗੀਆਂ ਸੀ ਜਿਹੜੇ ਉਹ ਚਾਹੁੰਦੇ ਸੀ ਕਿ ਉਹ ਪੂਰੀ ਹੋਣੀ ਚਾਹੀਦੀ ਹੈ। ਖਾਲੀ ਆਸ਼ਵਾਸਨ ਨਹੀਂ ਦਿੱਤਾ, ਬਟ ਉਹਦੇ ਉੱਪਰ ਕੋਈ ਕੰਮ ਨਹੀਂ ਕੀਤਾ ਗਿਆ। ਕਿਧਰੇ ਨਾ ਕਿਧਰੇ ਹਰ ਇੱਕ ਯੂਥ ਦੇ ਦਿਲ ਦੇ ਵਿੱਚ ਇਹ ਸੀ ਕਿ ਇਕਲੌਤਾ ਚਿਹਰਾ ਸੀ ਮੈਂਬਰ ਆਫ ਪਾਰਲੀਮੈਂਟ। ਅਗਰ ਮੈਂ ਸਿੱਖ ਯੂਥ ਦੀ ਗੱਲ ਸਿੱਖ ਚਿਹਰੇ ਦੀ ਗੱਲ ਕਰਾਂ, ਬੇਪਾਕ ਤਰੀਕੇ ਨਾਲ ਹਰ ਇੱਕ ਸਿੱਖ ਕੌਮ ਦੇ ਮੁੱਦੇ ਜਿਹੜੇ ਨੇ ਉਹ ਹਮੇਸ਼ਾ ਅੱਗੇ ਰੱਖਦੇ ਹਨ। ਉਹ ਚਾਹੁੰਦੇ ਸੀ ਕਿ ਅਗਰ ਅਸੀਂ ਸਾਰਿਆਂ ਨੂੰ ਮੈਮੋਰੈਂਡਮ ਦਿੱਤਾ ਤੇ ਇੱਕ ਆਪਣੇ ਆਗੂ ਨੂੰ ਵੀ ਮੈਮੋਰੈਂਡਮ ਦੇਖ ਕੇ ਵੇਖਦੇ ਹਾਂ ਕਿ ਉਹ ਕਿੱਦਾਂ ਸਾਡੀ ਆਵਾਜ਼ ਨੂੰ ਬੁਲੰਦ ਕਰਦੇ ਹਨ। ਔਰ ਸਪੈਸ਼ਲੀ ਤੌਰ ਤੇ ਮੈਂ ਤੁਹਾਨੂੰ ਕਿਹਾ ਕਿ ਅਗਰ ਲੈਫਟੀਨੈਂਟ ਗਵਰਨਰ ਸਾਹਿਬ ਨਾਲ 3 ਦਿਨ ਦੇ ਦੌਰੇ ਤੋਂ ਬਾਅਦ ਉਹਨਾਂ ਨੇ ਮਿਲਣਾ ਸੀ, ਤਾਂ ਜਿੰਨੇ ਵੀ ਮੈਮੋਰੈਂਡਮ ਦਿੱਤੇ ਜਾਣੇ ਸੀ ਉਹਨਾਂ ਨੇ ਸਪੈਸ਼ਲੀ ਤੌਰ ਤੇ ਇਹ ਚੀਜ਼ ਕਹੀ ਹੈ ਕਿ ਮੈਂ ਸਿਰਫ ਸਿੱਖ ਕਮਿਊਨਿਟੀ ਨੂੰ ਹੀ ਰਿਪਰੈਜ਼ੈਂਟ ਕਰਨ ਜਾਂ ਉਹਨਾਂ ਦੇ ਮੁੱਦੇ ਲੈਣ ਹੀ ਨਹੀਂ ਆਇਆ ਹਾਂ। ਇੱਥੇ ਮੈਂ ਕਸ਼ਮੀਰੀ ਪੰਡਿਤ ਨੂੰ ਵੀ ਮਿਲਣਾ ਚਾਹੁੰਦਾ ਹਾਂ, ਹਿੰਦੂ ਕਮਿਊਨਿਟੀ ਨੂੰ ਵੀ ਮਿਲਣਾ ਚਾਹੁੰਦਾ ਹਾਂ, ਮੁਸਲਿਮ ਕਮਿਊਨਿਟੀ ਨੂੰ ਵੀ ਮਿਲਣਾ ਚਾਹੁੰਦਾ ਹਾਂ, ਕਿਉਂਕਿ ਆਰਟੀਕਲ 370 ਦੇ ਰਿਮੂਵਲ ਤੋਂ ਬਾਅਦ ਸਾਡੇ ਦਿਲ ਦੇ ਵੀ ਇਹ ਇੱਛਾ ਹੈ ਕਿ ਲੋਕਾਂ ਦੀ ਰਾਏ ਜਾਣੀ ਚਾਹੇ ਕਿ ਉਹ ਕਿਦਾਂ ਦਾ ਫੀਲ ਕਰ ਰਹੇ ਹਨ। ਇਸ ਤਰੀਕੇ ਨਾਲ ਉਹਨਾਂ ਨੇ ਕਿਹਾ ਸੀ ਕਿ ਮੈਂ ਇਹ ਮੈਮੋਰੈਂਡਮ ਲੈ ਕੇ ਮੈਂ ਚਾਹਾਂਗਾ ਕਿ ਅਗਰ ਲੋਕਾਂ ਦਾ ਕੋਈ ਰੋਸ਼ ਹੈਗਾ ਤੇ ਮੈਂ ਜ਼ਰੂਰ ਆਪਣੇ ਤੌਰ ਤੇ ਮਾਈਨੋਰਿਟੀ ਦੇ ਜਿੰਨੇ ਵੀ ਹੱਕ ਹਨ ਉਹਨਾਂ ਨੂੰ ਦਿਲਾਉਣ ਦੇ ਵਿੱਚ ਉਹਨਾਂ ਦਾ ਸਹਿਯੋਗ ਕਰ ਸਕਾਂ। ਇਹ ਮੇਰਾ ਕਨਸਟੀਟਿਊਸ਼ਨਲ ਰਾਈਟ ਹੈ ਔਰ ਇਸ ਟਾਈਮ ਇਹ ਮੈਂਬਰ ਆਫ ਪਾਰਲੀਮੈਂਟ ਹੈ, ਐਜ਼ ਅ ਮੈਂਬਰ ਆਫ ਹਾਊਸ ਹੋਣ ਦੇ ਨਾਤੇ ਮੇਰਾ ਫਰਜ਼ ਵੀ ਹੈਗਾ। ਹਰਵਿੰਦਰ ਜੀ ਲਾਸਟ ਸਵਾਲ ਇਹ ਹੈ, ਕਿਆ ਕੋਈ ਐਸੀ ਜਾਣਕਾਰੀ ਉੱਥੋਂ ਨਿਕਲ ਕੇ ਆਈ ਹੈ? ਕਿਉਂਕਿ ਦੇਖੋ 2-3 ਦਿਨ ਦੇ ਦੌਰੇ ਦੇ ਉੱਤੇ ਸੀ ਔਰ ਉਹ ਕਹਿ ਰਹੇ ਨੇ ਕਿ ਅਸੀਂ ਗਵਰਨਰ ਸਾਹਿਬ ਨੂੰ ਵੀ ਮਿਲਣਾ। ਕਿ ਗਵਰਨਰ ਸਾਹਿਬ ਦੀ ਨੋਟਿਸ ਦੇ ਵਿੱਚ ਕੋਈ ਅਪਾਇੰਟਮੈਂਟ ਦੀ ਗੱਲ ਤਾਂ ਹੋਈ ਹੋਣੀ ਹੈ ਕਿ ਸਾਡੀ ਗਵਰਨਰ ਸਾਹਿਬ ਦੇ ਨਾਲ ਇਸ ਸਮੇਂ ਮੀਟਿੰਗ ਹੋਵੇਗੀ? ਕਿਆ ਜਦੋਂ ਅਪਾਇੰਟਮੈਂਟ ਲਈ ਗਈ ਆ, ਰਾਬਤਾ ਕਰਨ ਦੇ ਲਈ ਸਮਾਂ ਲਿਆ ਗਿਆ, ਕਿ ਉਹਦੇ ਸੰਬੰਧ ਵਿੱਚ ਕੋਈ ਜਾਣਕਾਰੀ ਨਹੀਂ ਦਿੱਤੀ? ਕੀ ਜਾਣਕਾਰੀ ਬਿਲਕੁਲ ਐਡਮਿਨਿਸਟ੍ਰੇਸ਼ਨ ਉਹਨਾਂ ਨੇ ਕਲੀਅਰ ਕੱਟ ਵਰਡਿੰਗਸ ਦੇ ਵਿੱਚ, ਅਗਰ ਲਾਈਵ ਜਿਹੜਾ ਦਰਸ਼ਕ ਸੁਣ ਰਹੇ ਸੀ ਨਾ ਰਾਤ ਨੂੰ, ਉਹਨਾਂ ਨੇ ਕਲੀਅਰ ਕੱਟ ਬੋਲਿਆ ਹੈ ਕਿ ਐਡਮਿਨਿਸਟ੍ਰੇਸ਼ਨ ਦਾ ਫਰਜ਼ ਬਣਦਾ ਹੈ ਮੈਂਬਰ ਆਫ ਪਾਰਲੀਮੈਂਟ ਡਾਇਰੈਕਟਲੀ ਲੈਫਟੀਨੈਂਟ ਗਵਰਨਰ ਨਾਲ ਗੱਲ ਕਰ ਸਕਦਾ ਹੈ। ਘੱਟ ਤੋਂ ਘੱਟ ਮੇਰੀ ਗੱਲ ਤਾਂ ਕਰਵਾਈ ਜਾਏ। ਮੈਂ ਪੁੱਛਾ ਤਾਂ ਸਹੀ ਕਿਸ ਵਜ੍ਹਾ ਨਾਲ ਮੈਨੂੰ ਇੱਥੇ ਰੋਕਿਆ ਗਿਆ, ਕਿਉਂਕਿ ਮੇਰੀ ਡਿਮਾਂਡਸ ਵੈਲਿਡ ਹੈਗੀਆਂ ਨੇ ਔਰ ਮੈਂ ਮੈਂਬਰ ਹਾਂ ਤੇ ਮੇਰਾ ਫਰਜ਼ ਬਣਦਾ ਕਿ ਇਸ ਡਿਮਾਂਡਸ ਉਹਨਾਂ ਤੱਕ ਪਹੁੰਚਾ ਸਕਾਂ। ਲੇਕਿਨ ਕਿਧਰੇ ਨਾ ਕਿਧਰੇ ਇਸ ਚੀਜ਼ ਤੋਂ ਵੀ ਉਹਨਾਂ ਨੂੰ ਦੂਰ ਰੱਖਿਆ ਗਿਆ, ਉਹਨਾਂ ਨਾਲ ਗੱਲਬਾਤ ਨਹੀਂ ਕਰਵਾਈ ਗਈ ਹੈ। ਸਿਰਫ ਇੱਕੋ ਜਵਾਬ ਸੀ ਐਡਮਿਨਿਸਟ੍ਰੇਸ਼ਨ ਕੋਲ ਕਿ ਸਾਨੂੰ ਪਰਮਿਸ਼ਨ ਨਹੀਂ ਹੈ ਕੋਰੀਡੋਰ ਤੋਂ ਤੁਹਾਨੂੰ ਅੱਗੇ ਭੇਜਣ ਦੀ, ਤਾਂ ਤੁਸੀਂ ਇੱਥੋਂ ਵਾਪਿਸ ਚਲੇ ਜਾਓ, ਅਸੀਂ ਹੱਥ ਜੋੜ ਕੇ ਤੁਹਾਨੂੰ ਰਿਕੁਐਸਟ ਕਰਦੇ ਹਾਂ। ਇਹ ਬਾਰ-ਬਾਰ ਉਹਨਾਂ ਤੋਂ ਰਿਕੁਐਸਟ ਕੀਤੀ ਗਈ, 1 ਵਾਰ ਮੀਟਿੰਗ ਹੋਈ, 2 ਵਾਰ ਮੀਟਿੰਗ ਹੋਈ,
ਘੱਟ ਤੋਂ ਘੱਟ ਵੀ 10 ਤੋਂ 12 ਵਾਰ ਉਹਨਾਂ ਨੇ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਸਿਮਰਨਜੀਤ ਸਿੰਘ ਮਾਨ ਹੋਰਾਂ ਨਾਲ, ਲੇਕਿਨ ਬੜੇ ਹੀ ਪੋਲਾਈਟ ਵੇ ਦੇ ਨਾਲ ਉਹਨਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਮੈਂ ਪਿੱਛੇ ਮੁੜ ਕੇ ਵਾਪਿਸ ਨਹੀਂ ਜਾਵਾਂਗਾ। ਤਕਰੀਬਨ ਤੀਜਾ ਤੋਂ ਚੌਥਾ ਮੇਰਾ ਅੱਜ ਦਾ ਦੌਰਾ ਸੀ ਇੱਥੇ ਦਾ, ਲੇਕਿਨ ਮੈਨੂੰ ਇਸ ਵਾਰ ਵੀ ਰੋਕਿਆ ਗਿਆ, ਬਟ ਇਸ ਵਾਰ ਮੈਂ ਮੈਂਬਰ ਆਫ ਪਾਰਲੀਮੈਂਟ ਹਾਂ ਤੇ ਮੈਂ ਆਪਣੇ ਕਨਸਟੀਟਿਊਸ਼ਨਲ ਰਾਈਟ ਨੂੰ ਜ਼ਰੂਰ ਦੇਖਾਂਗਾ ਕਿ ਮੈਂ ਕਿਸ ਤਰੀਕੇ ਨਾਲ ਐਡਮਿਨਿਸਟ੍ਰੇਸ਼ਨ ਤੋਂ ਜਵਾਬ ਮੰਗ ਸਕਾਂ, ਤੇ ਉਹ ਮੈਂ ਜ਼ਰੂਰ ਮੰਗ ਕੇ ਜਾਵਾਂਗਾ ਇਸ ਵਾਰ। ਵੀਰ ਜੀ ਤੁਹਾਡਾ ਵੀ ਕੱਲ ਤੁਸੀਂ ਵੀ ਬਾਣੀ ਚੈਨਲ ਦੇ ਉੱਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਣਾ ਨੇ ਖਾਸੇ ਤੌਰ ਤੇ ਆਪਣੇ ਵਿਚਾਰ ਦਿੱਤੇ ਨੇ, ਤੁਸੀਂ ਉਹਨਾਂ ਵਿਚਾਰਾਂ ਦੇ ਵਿੱਚੋਂ ਕੀ ਵੇਖਦੇ ਹੋ ਕਿ ਕੀ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਣਾ ਦੇ ਵੱਲੋਂ ਕਿਹਾ ਗਿਆ ਉਸ ਸਮੇਂ? ਅਗਰ ਮੈਂ ਰਾਤ ਦੀ ਗੱਲ ਕਰਾਂ ਤੇ ਉਹਨਾਂ ਤੋਂ ਸਪੈਸ਼ਲੀ ਤੌਰ ਤੇ ਕਿਹਾ ਗਿਆ ਕਿ ਜਿੱਦਾਂ ਆਪਾਂ ਜਾਣਦੇ ਹਾਂ ਕਿ ਕਾਫੀ ਦੇਰ ਤੋਂ ਗੱਲਾਂ ਦੇਖੀ ਜਾ ਰਹੀਆਂ, ਚਾਹੇ ਉਹ ਮੁਸਲਿਮ ਕਮਿਊਨਿਟੀ ਨਾਲ ਧੱਕਾ ਹੋ ਰਿਹਾ ਹੋਏ, ਚਾਹੇ ਉਹ ਕਸ਼ਮੀਰੀ ਪੰਡਿਤਸ ਨਾਲ ਧੱਕਾ ਹੋ ਰਿਹਾ ਹੋਏ, ਚਾਹੇ ਉਹ ਕਿਸੇ ਵੀ ਮਾਈਨੋਰਿਟੀ ਨਾਲ ਧੱਕਾ ਹੋ ਰਿਹਾ ਹੋਏ, ਉਹ ਆਪਾਂ ਵੇਖਣ ਨੂੰ ਮਿਲਦਾ ਸਾਨੂੰ ਸਾਰਿਆਂ ਨੂੰ ਕਿ ਐਸੀ ਨਿਊਜ਼ ਸੁਣਨ ਨੂੰ ਆਉਂਦੀ ਹੈ। ਮੈਂ ਕਲੀਅਰਲੀ ਤੌਰ ਤੇ ਖੁਦ ਵੇਖਣਾ ਚਾਹੁੰਦਾ ਹਾਂ ਕਿ ਲੋਕਾਂ ਦੇ ਵਿੱਚ ਕੀ ਰੋਸ਼ ਹੈ, ਕਿਉਂ ਅਗਰ ਨੋਰਮਲਸੀ ਚੱਲ ਰਹੀ ਹੈ ਤੇ ਕਸ਼ਮੀਰੀ ਪੰਡਿਤ ਰੋਜ਼ ਹੀ ਕਤਲ ਕੀਤੇ ਜਾ ਰਹੇ ਹਨ ਕਸ਼ਮੀਰ ਦੇ ਵਿੱਚ। ਹੁਣ ਰੀਸੈਂਟਲੀ ਵੀ ਤੁਸੀਂ ਸੁਣਿਆ ਹੀ ਹੈ ਕਿ ਬਾਹਰ ਦੇ ਕੁਝ ਯੂਪੀ ਦੇ ਕਿ ਬਿਹਾਰ ਦੇ ਦੋ, ਅੱਜ ਵੀ ਮੇਰੇ ਹਿਸਾਬ ਨਾਲ ਰੀਸੈਂਟਲੀ ਨਿਊਜ਼ ਆਈ ਹੈ ਕਿ ਉੱਥੇ ਬਲਾਸਟ ਹੋਣ ਦੇ ਕਾਰਨ ਉਹਨਾਂ ਦੀ ਡੈਥ ਹੋ ਗਈ ਹੈ, ਜਿਹੜੀ ਕਿ ਬੜੀ ਮੰਦਭਾਗੀ ਖਬਰ ਹੈ। ਉਹਨਾਂ ਨੇ ਕਿਹਾ ਸੀ ਕਿ ਸਾਰਿਆਂ ਦਾ ਹੀ ਮੈਂ ਚਾਹੁੰਦਾ ਕਿ ਇਹ ਨਿਊਜ਼ ਅੱਜ ਆਪਣੀ ਅੱਖਾਂ ਨਾਲ ਦੇਖ ਕੇ ਜਾਵਾਂ ਔਰ ਉਹਨਾਂ ਦੇ ਮੁੱਦਿਆਂ ਨੂੰ ਹਾਊਸ ਦੇ ਵਿੱਚ ਜ਼ਰੂਰ ਚੁੱਕ ਸਕਾਂ। ਇਹ ਸਪੈਸ਼ਲ ਤੌਰ ਤੇ ਉਹਨਾਂ ਦੇ ਤਰਫ ਤੋਂ ਰਾਤ ਨੂੰ ਵੀ ਕਿਹਾ ਗਿਆ ਸੀ। ਜੀ ਬਿਲਕੁਲ ਹਰਵਿੰਦਰ ਵੀਰ ਜੀ, ਸਾਨੂੰ ਇੰਤਜ਼ਾਰ ਰਹੇਗਾ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਗਰਾਊਂਡ ਦੇ ਉੱਤੇ ਅਸੀਂ ਸਾਰੀ ਰਿਪੋਰਟ ਵੀਰ ਹਰਵਿੰਦਰ ਸਿੰਘ ਜੀ ਉਹਨਾਂ ਦੇ ਵੱਲੋਂ ਲਈਏ, ਔਰ ਬਹੁਤ ਸਾਰੀ ਸੰਗਤ ਤੁਹਾਡਾ ਧੰਨਵਾਦ ਵੀ ਕਰ ਰਹੀ ਹੈ ਕਿ ਸਰਦਾਰ ਹਰਵਿੰਦਰ ਸਿੰਘ ਜੀ ਉਹਨਾਂ ਨੇ ਸਾਨੂੰ ਪਲ ਦਾ ਅਪਡੇਟ ਹੈ ਜਿਹੜਾ ਉੱਥੋਂ ਦਿੱਤਾ ਹੈ, ਔਰ ਆਪਾਂ ਵੀ ਤੁਹਾਡਾ ਧੰਨਵਾਦ ਕਰਦੇ ਹਾਂ। ਤੁਹਾਡੇ ਰਾਹੀਂ ਸਾਨੂੰ ਸਾਰੀ ਜਾਣਕਾਰੀ ਮਿਲ ਰਹੀ ਹੈ ਔਰ ਉਮੀਦ ਕਰਦੇ ਹਾਂ ਕਿ ਜਲਦ ਹੀ ਗਰਾਊਂਡ ਦੇ ਉੱਤੇ ਅਸੀਂ ਸਾਰੀ ਜਾਣਕਾਰੀ ਤੁਹਾਡੇ ਰਾਹੀਂ ਜਿਹੜੀ ਹਾਸਿਲ ਕਰਾਂਗੇ। ਬਹੁਤ ਧੰਨਵਾਦ ਤਮਾਮ ਜਾਣਕਾਰੀ ਸਾਂਝੀ ਕਰਨ ਦੇ ਲਈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।